Here we are going to discuss one strategy of in situ conservation, that is hotspot, and ex situ conservation strategies. बेटा अपनी लास्ट वीडियो ਦੇ ਵਿੱਚ ਅਸੀਂ ਆਲਰੇਡੀ in situ conservation strategies ਪੜ੍ਹ ਚੁੱਕੇ ਹਾਂ, ਜਿਹਦੇ ਵਿੱਚ ਮੇਨਲੀ ਅਸੀਂ ਕੀ ਡਿਸਕਸ ਕੀਤਾ ਸੀ, protected areas, national parks, sanctuaries and biosphere reserve, and sacred groves or sacred lakes, right? And ਅਸੀਂ ਇਹ ਡਿਟੇਲ ਦੇ ਵਿੱਚ ਲਾਸਟ ਆਪਣੇ ਸੈਸ਼ਨ 'ਚ ਡਿਸਕਸ ਕਰ ਚੁੱਕੇ ਹਾਂ। ਜਸਟ ਵਨ ਸਟ੍ਰੈਟਜੀ ਲੈਫਟ ਰਹਿ ਗਈ ਸੀ, ਦੈਟ ਇਜ਼ ਹੌਟਸਪੌਟਸ। ਸੋ ਅਸੀਂ ਅੱਜ ਹੌਟਸਪੌਟ ਡਿਸਕਸ ਕਰਾਂਗੇ। ਹੌਟਸਪੌਟਸ ਕੀ ਹੁੰਦੇ ਨੇ ਇਨ ਸਿਟੂ ਕਨਜ਼ਰਵੇਸ਼ਨ ਦੇ ਅੰਡਰ, ਦੈਨ ਵੀ ਵਿਲ ਡਿਸਕਸ ਇਨ ਡਿਟੇਲ ਐਕਸ ਸਿਟੂ ਕਨਜ਼ਰਵੇਸ਼ਨ ਸਟ੍ਰੈਟਜੀ। ਸੋ ਵਾਟ ਆਰ ਹੌਟਸਪੌਟਸ? ਬੇਟਾ ਨੋਰਮਨ ਮਾਇਰਸ ਨੇ ਹੌਟਸਪੌਟ ਦਾ ਕੰਸੈਪਟ ਜਿਹੜਾ ਡਿਵੈਲਪ ਕੀਤਾ ਇਨ 1983 ਦੇ ਵਿੱਚ ਕਿ ਇਹ ਇਨ ਸਿਟੂ ਕਨਜ਼ਰਵੇਸ਼ਨ ਸਟ੍ਰੈਟਜੀ ਹੈ। ਹੁੰਦੇ ਕੀ ਨੇ ਹੌਟਸਪੌਟ? ਬੇਟਾ ਹੌਟਸਪੌਟਸ ਉਹ ਏਰੀਆਜ਼ ਨੇ ਜਿੱਥੇ ਬਾਇਓਡਾਇਵਰਸਿਟੀ ਰਿਚ ਹੁੰਦੀ ਹੈ, ਸਪੀਸ਼ੀਜ਼ ਡਾਇਵਰਸਿਟੀ ਰਿਚ ਹੁੰਦੀ ਹੈ, ਐਂਡ ਉਹ ਏਰੀਆਜ਼ ਮੋਸਟ ਥ੍ਰੈਟਨਡ ਰੈਜ਼ਰਵਾਇਰਸ ਹੁੰਦੇ ਨੇ। ਕਿਉਂ? ਕਿਉਂਕਿ ਉੱਥੇ ਬਹੁਤ ਸਾਰੇ ਸਪੀਸ਼ੀਜ਼ ਨੇ ਅਤੇ ਥ੍ਰੈਟ ਵੀ ਜ਼ਿਆਦਾ ਹੈ ਕਿ ਕਿੱਥੇ ਲੋਸ ਨਾ ਹੋ ਜਾਵੇ। ਠੀਕ ਹੈ, ਸੋ ਹੌਟਸਪੌਟਸ ਕੀ ਨੇ? ਦੇ ਆਰ ਦਾ rich areas which are rich in species diversity rich ਹੁੰਦੀ ਹੈ, and most threatened reservoirs of plants and animals, right? So ਕਿਵੇਂ ਅਸੀਂ ਕਿਸੇ ਏਰੀਆ ਨੂੰ ਹੌਟਸਪੌਟ ਕਹਿੰਦੇ ਹਾਂ? ਸੋ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਕਿ ਕੋਈ ਏਰੀਆ ਹੌਟਸਪੌਟ ਹੈ ਉੱਥੇ ਉਹਦੀ ਅਸੀਂ ਉਹਨੂੰ ਕਿਵੇਂ ਕਹਿੰਦੇ ਕਿ ਕ੍ਰਾਈਟੀਰੀਆ ਕੀ ਹੈ ਕਿ ਯੈਸ ਦਿਸ ਏਰੀਆ ਇਜ਼ ਹੌਟਸਪੌਟ। ਹਾਊ ਟੂ ਡਿਟਰਮਾਈਨ, ਅਸੀਂ ਕਿਵੇਂ ਡਿਟਰਮਾਈਨ ਕਰਦੇ ਹਾਂ ਕਿ ਉਹ ਹੌਟਸਪੌਟ ਹੈ? ਸੋ ਕ੍ਰਾਈਟੀਰੀਆ ਕੀ ਹੈ? ਫਸਟ ਇਜ਼ ਹਾਈ ਡਿਗਰੀ ਆਫ ਐਂਡੇਮਿਜ਼ਮ। ਪਹਿਲਾਂ ਐਂਡੇਮਿਜ਼ਮ ਦਾ ਮਤਲਬ ਕਰਾਂਗੇ। ਬੇਟਾ ਕੋਈ ਐਸੀ ਸਪੀਸ਼ੀਜ਼ ਜਿਹੜੀ ਕਿਸੇ ਪਰਟੀਕੂਲਰ ਏਰੀਆ ਦੇ ਵਿੱਚ ਹੀ ਮਿਲਦੀ ਹੈ, ਉਹ ਕਿਤੇ ਹੋਰ ਨਹੀਂ ਮਿਲ ਸਕਦੀ, that is called as endemism. Like मैं कहती kangaroos, where kangaroos are found? They are found in Australia and nowhere else, right? So high degree of endemism means ਉਹ ਜਿਹੜਾ hotspot area ਹੈ ਉੱਥੇ ਇਹੋ ਜਿਹੀਆਂ species ਮਿਲਣੀਆਂ ਚਾਹੀਦੀਆਂ ਜਿਹੜੀਆਂ ਉੱਥੇ ਹੀ ਮਿਲਣ, ਉਹ ਹੋਰ ਕਿਤੇ ਨਾ ਮਿਲਣ। Then accelerated habitat loss. See, ਅਗਰ ਅਸੀਂ ਕਹੀਏ accelerated habitat means degree of threat to habitat due to its degradation and fragmentation, because ਸਾਨੂੰ ਪਤਾ ਹੈ ਕਿ ਹੁਣ due to degradation and fragmentation habitat loss ਹੋ ਰਹੇ ਨੇ। ਸੋ ਉਹ ਜਿਹੜੇ ਏਰੀਆਜ਼ ਨੇ, ਤਾਂ ਹੀ ਅਸੀਂ ਇੱਥੇ ਕਿਹਾ ਸੀ ਜਿਹੜੇ ਥ੍ਰੈਟਨਡ ਰੈਜ਼ਰਵਾਇਰ ਹੈ, ਜਿਹਦੇ ਖਤਮ ਹੋਣ ਦਾ ਸਾਨੂੰ ਡਰ ਹੈ। ਸੋ ਉੱਥੇ ਇਹ ਚੀਜ਼ ਵੀ ਹੁੰਦੀ ਹੈ ਕਿ ਥ੍ਰੈਟ ਟੂ ਹੈਬੀਟੈਟ ਹੁੰਦਾ ਡਿਊ ਟੂ ਡੀਗ੍ਰੇਡੇਸ਼ਨ ਔਰ ਫਰੈਗਮੈਂਟੇਸ਼ਨ, ਐਂਡ ਹਾਈ ਲੈਵਲ ਆਫ ਸਪੀਸ਼ੀਜ਼ ਰਿਚਨੈਸ। ਸਪੀਸ਼ੀਜ਼ ਤਾਂ ਉੱਥੇ ਰਿਚ ਹੋਣੀਆਂ ਹੀ ਹੈ। ਠੀਕ ਹੈ, ਸੋ ਬੇਟਾ ਇਨੀਸ਼ੀਅਲੀ 25 ਬਾਇਓਡਾਇਵਰਸਿਟੀ ਹੌਟਸਪੌਟਸ ਆਈਡੈਂਟੀਫਾਈ ਕੀਤੇ ਗਏ ਸੀ ਗਲੋਬਲੀ, ਆਈ ਐਮ ਟਾਕਿੰਗ ਅਬਾਊਟ ਗਲੋਬਲ, ਬਟ ਲੇਟਰ ਔਨ ਇਸ ਲਿਸਟ ਵਿੱਚ 9 ਹੋਰ ਐਡ ਕਰਕੇ ਟੋਟਲ ਕਿੰਨੇ ਹੋ ਗਏ ਨੇ? 34। ਸੋ ਮੈਂ ਇੱਥੇ ਮੈਂਸ਼ਨ ਕਰ ਸਕਦੀ ਹਾਂ ਕਿ ਮੈਂ ਇੱਥੇ ਹੋਲ ਵਰਲਡ ਦੀ ਗੱਲ ਕਰ ਰਹੀ ਹਾਂ। ਅਤੇ ਜੇ ਇੰਡੀਆ ਦੀ ਗੱਲ ਕਰੀਏ, ਦੇਰ ਆਰ 3 ਮੇਨ ਹੌਟਸਪੌਟਸ, ਵੈਸਟਰਨ ਘਾਟਸ ਐਂਡ ਸ਼੍ਰੀਲੰਕਾ, ਇੰਡੋ ਬਰਮਾ ਰੀਜਨ and Himalayan region. These are the 3 hotspots that are present in India. And one more thing beta, एक और चीज़ है इत्थे कि सानू पता है कि इंडिया दा जेड़ा लैंड वाइज एरिया है बायोडाइवर्सिटी का, ऑल्दो बायोडाइवर्सिटी हॉटस्पॉट ਜਿਹੜੇ ਨੇ ਉਹ ਸਿਰਫ 2% ऑफ द ਏਰੀਆ ਘੇਰਿਆ ਹੋਇਆ, ਪਰ ਜੇ ਅਸੀਂ ਉਹਦੇ ਵਿੱਚ ਸਪੀਸ਼ੀਜ਼ ਦੀ ਗੱਲ ਕਰੀਏ ਤਾਂ ਉਹ ਜ਼ਿਆਦਾ ਨੇ। ਠੀਕ ਹੈ, ਜਿਵੇਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਏਰੀਆ ਕਵਰ ਜਿਹੜਾ ਹੈ ਉਹ ਇੰਡੀਆ ਦਾ ਜਿਹੜਾ ਬਾਇਓਡਾਇਵਰਸਿਟੀ ਜਿੱਥੇ ਹੈ ਪ੍ਰੈਜ਼ੈਂਟ ਹੈ, ਏਰੀਆ ਕਵਰ ਘੱਟ ਹੈ, ਬਟ ਉੱਥੇ ਸਪੀਸ਼ੀਜ਼ ਰਿਚਨੈਸ ਬਹੁਤ ਜ਼ਿਆਦਾ ਹੈ। ਠੀਕ ਹੈ ਜੀ, ਸਪੀਸ਼ੀਜ਼ ਜ਼ਿਆਦਾ ਅਵੇਲੇਬਲ ਨੇ। ਸੋ ਦਿਸ ਇਜ਼ ਹੌਟਸਪੌਟਸ, ਰਾਈਟ? ਸੋ ਇਹ ਕੁਛ ਕ੍ਰਾਈਟੀਰੀਆ ਨੇ, ਐਂਡ ਅਸੀਂ ਕੁਛ 3 ਐਗਜ਼ਾਮਪਲ ਡਿਸਕਸ ਕਰ ਲਿਆ। ਸੋ ਨਾਓ ਵੀ ਆਰ ਗੋਇੰਗ ਟੂ ਡਿਸਕਸ ex situ conservation methods. So ex situ conservation strategies, ex situ अब मैं ऑलरेडी दस चुकी ex situ conservation की होंगी है जो कोई ऑर्गेनिज्म अपने नेचुरल हैबिटेट च सेफ नहीं है, so they can be they are taken out from their natural habitat और उन्होंने स्पेशल जगह प्रोटेक्टेड एरिया च लिया के रखा जाता है, so that क्योंकि वो नेचुरल हैबिटेट च तो सेफ नहीं ने, उन्होंने
ਅਲੱਗ ਲਿਆ ਕੇ ਇੱਕ ਸਪੈਸ਼ਲ ਸੈਟਿੰਗ ਦੇ ਵਿੱਚ ਰੱਖ ਦਿਓ ਸੋ ਦੈਟ ਉਹ ਸੇਫ ਰਹਿ ਸਕਣ। ਐਕਸ ਸਿਟੂ ਕੰਜ਼ਰਵੇਸ਼ਨ ਸਟ੍ਰੈਟਜੀਜ਼ 'ਚ ਪਹਿਲੀ ਹੈ ਬੇਟਾ ਆਫ ਸਾਈਟ ਕਲੈਕਸ਼ਨ, ਜਿਹਦੇ ਵਿੱਚ ਅਸੀਂ ਜ਼ੂਲੋਜੀਕਲ ਪਾਰਕਸ, ਬੋਟੈਨੀਕਲ ਗਾਰਡਨਸ ਐਂਡ ਵਾਈਲਡ ਲਾਈਫ ਸਫਾਰੀਜ਼ ਪੜ੍ਹਨੀ ਹੈ। ਦੈਨ ਵੀ ਹੈਵ ਜੀਨ ਬੈਂਕਸ ਐਂਡ ਸੀਡ ਬੈਂਕਸ ਐਂਡ ਲਾਸਟ ਸੈਕਰੇਡ ਪਲਾਂਟਸ ਐਂਡ ਹੋਮ ਗਾਰਡਨ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਆਫ ਸਾਈਟ ਕਲੈਕਸ਼ਨ ਬੇਟਾ, ਜਿਹਦੇ ਵਿੱਚ ਤੁਸੀਂ ਦੇਖੋ ਜਿਵੇਂ ਸਪੋਜ਼ ਮੈਂ ਆਈ ਐਮ ਟਾਕਿੰਗ ਅਬਾਊਟ ਜ਼ੂਲੋਜੀਕਲ ਪਾਰਕਸ, ਰਾਈਟ। ਜ਼ੂਲੋਜੀਕਲ ਪਾਰਕ ਇਜ਼ ਜ਼ੂ, ਜਿਹਦੇ ਵਿੱਚ ਐਨੀਮਲਸ ਨੂੰ ਪ੍ਰੋਟੈਕਟ ਕੀਤਾ ਜਾਂਦਾ ਹੈ, ਠੀਕ ਹੈ। ਐਂਡ ਜ਼ੂਲੋਜੀਕਲ ਪਾਰਕ ਦੇ ਵਿੱਚ ਐਨੀਮਲਸ ਨੂੰ ਉਹਨਾਂ ਦੇ ਨੈਚੁਰਲ ਹੈਬੀਟੈਟ ਵਰਗੀਆਂ ਕੰਡੀਸ਼ਨਸ ਦਿੱਤੀਆਂ ਜਾਂਦੀਆਂ ਕਿ ਸਪੋਜ਼ ਉੱਥੇ ਲਾਇਨ ਟਾਈਗਰ ਰੱਖਣੇ ਤਾਂ ਕਿੱਦਾਂ ਦੇ ਇਨਵਾਇਰਮੈਂਟ 'ਚ ਰੱਖਣੇ ਆ, ਮੰਕੀਜ਼ ਰੱਖਣੇ ਆ ਤਾਂ ਉਹਨਾਂ ਦੀ ਕੇਜ ਦੇ ਵਿੱਚ ਕੋਈ ਟਰੀ ਰੱਖਣਾ ਹੈ, ਵਾਟ ਐਵਰ, ਕੋਈ ਆਰਗੈਨਿਜ਼ਮ ਜਿਹੜਾ ਵਾਟਰ ਇਕੁਐਟਿਕ ਹੈ ਉਹਨੂੰ ਵਾਟਰ ਵਾਲੀਆਂ ਕੰਡੀਸ਼ਨ ਦੇਣੀਆਂ, ਮੀਨਸ ਉਹਨਾਂ ਦੇ ਨੈਚੁਰਲ ਹੈਬੀਟੈਟ ਵਰਗੀਆਂ ਕੰਡੀਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਇਨ ਜ਼ੂਲੋਜੀਕਲ ਪਾਰਕ। ਬਿਲਕੁਲ ਸੇਮ ਤਾਂ ਨਹੀਂ ਹੋ ਸਕਦਾ ਬਟ ਕੋਸ਼ਿਸ਼ ਕੀਤੀ ਜਾਂਦੀ ਸੋ ਦੈਟ ਐਨੀਮਲ ਜਿਹੜੇ ਸਿੱਕ ਨਾ ਹੋਣ, ਡੈਡ ਨਾ ਹੋਣ, ਰਾਈਟ। ਸੋ ਜ਼ੂਲੋਜੀਕਲ ਪਾਰਕਸ ਜਿਹੜੇ ਨੇ ਉੱਥੇ ਐਨੀਮਲਸ ਨੂੰ ਰੱਖਿਆ ਜਾਂਦਾ ਹੈ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਂਦਾ ਹੈ ਕਿਉਂਕਿ ਉਹ ਆਪਣੇ ਨੈਚੁਰਲ ਹੈਬੀਟੈਟ ਦੇ ਵਿੱਚ ਸੇਫ ਨਹੀਂ ਹੈ। ਔਰ ਜ਼ੂਲੋਜੀਕਲ ਪਾਰਕਸ ਨੂੰ ਬੇਟਾ ਰਿਸਰਚ ਪਰਪਸਿਸ ਲਈ, ਸਟੱਡੀ ਲਈ, ਗ੍ਰੈਜੂਏਸ਼ਨ ਸਟੱਡੀ ਸਟੂਡੈਂਟਸ ਦੀ ਸਟੱਡੀ ਲਈ, ਜਾਂ ਤੁਸੀਂ ਕਹਿ ਲਓ ਅਸੀਂ ਆਪਣੀ ਐਂਟਰਟੇਨਮੈਂਟ ਲਈ ਜ਼ੂਲੋਜੀਕਲ ਪਾਰਕਸ 'ਤੇ ਜਾਂਦੇ ਹਾਂ, ਰਾਈਟ। ਸੋ ਇਹਦਾ ਹੋ ਗਿਆ ਜ਼ੂਲੋਜੀਕਲ ਪਾਰਕਸ। ਅਤੇ ਜੇ ਸਿਮਿਲਰਲੀ ਤੁਸੀਂ ਪਲਾਂਟਸ ਨੂੰ ਪ੍ਰੋਟੈਕਟ ਕਰਨਾ, ਐਕਸ ਸਿਟੂ ਕੰਜ਼ਰਵੇਸ਼ਨ ਕਰਨੀ ਉਹਨਾਂ ਦੀ, ਤਾਂ ਉਹਦੇ ਲਈ ਕੀ ਹੁੰਦੇ ਨੇ ਬੋਟੈਨੀਕਲ ਗਾਰਡਨਸ। ਕਾਲਜਿਸ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਬੋਟੈਨੀਕਲ ਗਾਰਡਨਸ ਬਣਾਏ ਜਾਂਦੇ ਨੇ, ਵੈਰਾਈਟੀ ਆਫ ਪਲਾਂਟਸ ਬੇਟਾ ਉੱਥੇ ਗਰੋ ਕਰਾਏ ਜਾਂਦੇ ਨੇ ਐਂਡ ਉਹਨਾਂ ਨੂੰ ਕੰਡੀਸ਼ਨ ਦਿੱਤੀਆਂ ਜਾਂਦੀਆਂ ਜੋ ਉਹਨਾਂ ਦੀ ਗਰੋਥ ਲਈ ਰਿਕੁਆਇਰਡ ਨੇ, ਰਾਈਟ। ਸੋ 1500 ਬੋਟੈਨੀਕਲ ਗਾਰਡਨ ਜਿਹੜੇ ਨੇਮ ਵਧੀਆ ਅੱਛੇ ਹੈਗੇ ਨੇ ਉਹ ਪ੍ਰੈਜ਼ੈਂਟ ਨੇ। ਜ਼ੂਲੋਜੀਕਲ ਪਾਰਕ ਮੋਰ ਦੈਨ 800 ਨੇ, ਮੀਨਸ ਇੱਕ ਰਫ ਐਸਟੀਮੇਟ ਦਿੱਤਾ। ਸੋ ਇਸ ਤਰੀਕੇ ਦੇ ਨਾਲ ਮੈਂ ਇੱਕ ਦੋ ਐਗਜ਼ਾਮਪਲ ਦੇ ਰਹੀ ਹਾਂ ਕਿ ਇਸ ਐਕਸ ਸਿਟੂ ਕੰਜ਼ਰਵੇਸ਼ਨ ਨਾਲ ਇਹ ਦੋ ਸਪੀਸ਼ੀਜ਼ ਆਫ ਐਨੀਮਲਸ ਨੂੰ ਪ੍ਰੋਟੈਕਟ ਕੀਤਾ ਗਿਆ ਐਕਸਟਿੰਕਸ਼ਨ ਤੋਂ, ਵੀ ਉਹ ਖਤਮ ਹੋ ਜਾਣੇ ਸੀ ਬਟ ਉਹਨਾਂ ਨੂੰ ਪ੍ਰੋਟੈਕਟ ਕੀਤਾ ਗਿਆ ਬਾਏ ਦਿਸ ਐਕਸ ਸਿਟੂ ਕੰਜ਼ਰਵੇਸ਼ਨ ਮੈਥਡ। ਕੈਲੀਫੋਰਨੀਅਨ ਕੈਂਡਰ ਅਤੇ ਬਲੈਕ ਫੁੱਟਡ ਫੈਰਟ, ਸੋ ਉਹਨਾਂ ਨੂੰ ਪ੍ਰੋਟੈਕਟ ਜਿਹੜਾ ਹੈ ਉਹ ਐਕਸਟਿੰਕਸ਼ਨ ਤੋਂ ਬਚਾਇਆ ਗਿਆ, ਖਤਮ ਹੋਣ ਤੋਂ ਬਚਾਇਆ ਗਿਆ। ਸੋ ਇਹ ਪਹਿਲਾ ਮੈਥਡ ਸੀ ਸਾਡੇ ਕੋਲ ਬੇਟਾ ਆਫ ਸਾਈਟ ਕਲੈਕਸ਼ਨ, ਜਿਸ 'ਚ ਅਸੀਂ ਜ਼ੂਲੋਜੀਕਲ ਪਾਰਕ ਅਤੇ ਬੋਟੈਨੀਕਲ ਗਾਰਡਨ ਪੜ੍ਹੇ। ਇੱਕ ਹੋਰ ਰਹਿ ਗਿਆ ਵਾਈਲਡ ਲਾਈਫ ਸਫਾਰੀਜ਼। ਬੇਟਾ ਵਾਈਲਡ ਲਾਈਫ ਸਫਾਰੀਜ਼ ਦੇ ਵਿੱਚ ਕੀ ਹੈ, ਤੁਸੀਂ ਦੇਖਿਆ ਹੋਣਾ ਸਮਟਾਈਮਸ ਜਦੋਂ ਅਸੀਂ ਕਿਸੇ ਜ਼ੂ ਜਾਂਦੇ ਹਾਂ ਉਹਦੇ ਨਾਲ ਕਹਿ ਲਓ ਜਾਂ ਉਹਦੇ ਵਿੱਚ ਇੱਕ ਬਹੁਤ ਵੱਡਾ ਸਾਰਾ ਜੰਗਲ ਏਰੀਆ ਅਲੱਗ ਪ੍ਰੋਟੈਕਟ ਕੀਤਾ ਹੁੰਦਾ, ਉੱਥੇ ਲਾਇਨਸ, ਟਾਈਗਰਸ ਜਾਂ ਡੀਅਰ ਵਗੈਰਾ ਐਨੀਮਲਸ ਛੋੜੇ ਹੁੰਦੇ ਨੇ ਸੋ ਦੈਟ, ਕਿਉਂਕਿ ਐਕਚੁਅਲੀ ਕੀ ਹੈ ਬੇਟਾ, ਹੈ ਤਾਂ ਉਹ ਐਕਸ ਸਿਟੂ ਕੰਜ਼ਰਵੇਸ਼ਨ ਸਟ੍ਰੈਟਜੀ ਹੈ ਬਟ ਜ਼ੂਲੋਜੀਕਲ ਪਾਰਕ ਦੇ ਵਿੱਚ ਐਨੀਮਲਸ ਨੂੰ ਕੇਜ ਦੇ ਵਿੱਚ ਰੱਖਣਾ ਹੈ ਅਤੇ ਜਿਹੜੇ ਜ਼ਿਆਦਾਤਰ ਤਾਂ ਜਿਹੜੀ ਵਾਈਲਡ ਲਾਈਫ ਸਫਾਰੀ ਉੱਥੇ ਓਪਨ 'ਚ ਛੱਡਿਆ ਜਾਂਦਾ। ਤੁਸੀਂ ਉੱਥੇ ਨੋਰਮਲੀ ਇੱਦਾਂ ਨਹੀਂ ਜਾਂਦੇ, ਕੋਈ ਬੱਸ ਜਾਂ ਕੋਈ ਐਵੇਂ ਲਗਾਈ ਹੁੰਦੀ ਉਹਨਾਂ ਨੇ ਕਿ ਤੁਹਾਨੂੰ ਜੇ ਤੁਸੀਂ ਵਿਜ਼ਿਟ ਕਰਨਾ ਤੁਹਾਨੂੰ ਦਿਖਾਉਣ ਲਈ ਲੈ ਕੇ ਜਾ ਸਕਦੇ ਨੇ। ਸੋ ਬੇਟਾ ਉਹ ਹੈ ਵਾਈਲਡ ਲਾਈਫ ਸਫਾਰੀ, ਰਾਈਟ। ਦੈਨ ਵੀ ਹੈਵ ਜੀਨ ਬੈਂਕਸ ਔਰ ਸੀਡ ਬੈਂਕਸ। ਅਗਰ ਅਸੀਂ ਕਿਸੇ ਪਲਾਂਟ ਦਾ ਬੇਟਾ ਜਾਂ ਕਿਸੇ ਐਨੀਮਲਸ ਦਾ ਜਿਹੜੀ ਸਪੀਸ਼ੀਜ਼ ਸਾਨੂੰ ਖਤਰਾ ਹੈ, ਡਰ ਹੈ ਕਿ ਉਹ ਖਤਮ ਹੋ ਜਾਏਗੀ, ਉਹਦੇ ਐਂਡੇਂਜਰਡ ਸਪੀਸ਼ੀਜ਼ ਹੈ, ਉਹਦੇ ਖਤਮ ਹੋਣ ਦਾ ਉਹਦਾ ਨੰਬਰ ਜਿਹੜਾ ਘਟਦਾ ਜਾ ਰਿਹਾ ਹੈ, ਤਾਂ ਅਸੀਂ ਉਹਦੇ ਜੈਨੇਟਿਕ ਮਟੀਰੀਅਲ ਨੂੰ ਜਾਂ ਕਿਸੇ ਪਲਾਂਟ ਦੇ ਸੀਡ ਨੂੰ ਅਸੀਂ ਪ੍ਰੀਜ਼ਰਵ ਕਰਕੇ ਰੱਖ ਲਈਏ, ਠੀਕ ਹੈ। ਕਿਵੇਂ ਪ੍ਰੀਜ਼ਰਵ ਕੀਤਾ ਜਾਂਦਾ ਲੰਬੇ ਸਮੇਂ ਲਈ ਬੇਟਾ, ਕ੍ਰਾਇਓ ਪ੍ਰੈਜ਼ਰਵੇਸ਼ਨ ਮੈਥਡ ਹੁੰਦਾ। ਕ੍ਰਾਇਓ ਪ੍ਰੈਜ਼ਰਵੇਸ਼ਨ ਦੇ ਵਿੱਚ ਕੀ ਕੀਤਾ ਜਾਂਦਾ, ਲਿਕੁਇਡ ਨਾਈਟ੍ਰੋਜਨ ਦੇ ਵਿੱਚ ਕਿਸੇ ਚੀਜ਼ ਨੂੰ ਰੱਖਿਆ ਜਾਂਦਾ ਐਟ -196 ਡਿਗਰੀ ਸੈਲਸੀਅਸ ਟੈਂਪਰੇਚਰ। ਤਾਂ ਖ਼ਰਾਬ ਕਿੱਥੋਂ ਹੋਏਗੀ ਉਹ ਚੀਜ਼, ਰਾਈਟ। ਜਿਵੇਂ ਐਗਜ਼ ਨੂੰ ਰੱਖਿਆ ਜਾ ਸਕਦਾ, ਪਲਾਂਟਸ ਨੂੰ ਰੱਖਿਆ ਜਾ ਸਕਦਾ, ਸੀਡਸ ਨੂੰ ਰੱਖਿਆ ਜਾ ਸਕਦਾ, ਠੀਕ ਹੈ। ਸੋ ਇਸ ਤਰੀਕੇ ਨਾਲ ਪਲਾਂਟ ਔਰ ਉਹਦੇ ਪਾਰਟਸ ਨੂੰ ਪ੍ਰੋਟੈਕਟ ਕੀਤਾ ਜਾਂਦਾ ਹੈ ਅੰਡਰ ਲੋ ਟੈਂਪਰੇਚਰ ਲਾਈਕ -196 ਡਿਗਰੀ ਸੈਲਸੀਅਸ ਟੈਂਪਰੇਚਰ, ਔਰ ਉਹਨਾਂ ਨੂੰ ਕੁਛ ਸਮੇਂ ਅਸੀਂ ਕਾਫੀ ਲੰਬੇ ਸਮੇਂ ਲਈ ਪ੍ਰੋਟੈਕਟ ਕਰ ਸਕਦੇ। ਅਤੇ ਜਦੋਂ ਸਾਨੂੰ ਲੋੜ ਲੱਗੇ ਅਸੀਂ ਟਿਸ਼ੂ ਕਲਚਰ ਮੈਥਡ ਜਿਹੜਾ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ, ਅਸੀਂ ਲੈਬ ਦੇ ਵਿੱਚ ਉਹਦੇ ਤੋਂ ਕੰਪਲੀਟ ਪਲਾਂਟ ਜਿਹੜਾ ਗਰੋ ਕਰ ਸਕਦੇ ਹਾਂ, ਠੀਕ ਹੈ। ਸੀਡਸ, ਅਲੱਗ-ਅਲੱਗ ਸੀਡਸ ਨੂੰ ਲੈ ਕੇ ਅਸੀਂ ਉਹਨਾਂ ਨੂੰ ਲੰਬੇ ਸਮੇਂ ਲਈ ਸੀਡ ਬੈਂਕ 'ਚ ਪ੍ਰੋਟੈਕਟ ਕਰਦੇ ਹਾਂ ਸੋ ਦੈਟ ਜਦੋਂ ਲੋੜ ਲੱਗੇ ਅਸੀਂ ਉਹਨਾਂ ਸੀਡਸ ਨੂੰ ਉੱਥੋਂ ਲੈ ਕੇ ਗਰੋ ਕਰਾ ਲਈਏ ਜਦੋਂ ਸਾਨੂੰ ਕੰਡੀਸ਼ਨਸ ਫੇਵਰੇਬਲ ਲੱਗਣ, ਜਾਂ ਅਸੀਂ ਲੈਬ ਦੇ ਵਿੱਚ ਟਿਸ਼ੂ ਕਲਚਰ ਟੈਕਨੀਕ ਨਾਲ ਕਰ ਸਕੀਏ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਇੱਥੇ ਐਨੀਮਲਸ ਜਾਂ ਸੀਡਸ ਨੂੰ, ਐਗਸ ਨੂੰ,
ਪੋਲਨ ਗ੍ਰੇਨਸ ਨੂੰ ਜਾਂ ਪਾਰਟ ਆਫ ਪਲਾਂਟ ਨੂੰ ਅਸੀਂ ਲੰਬੇ ਸਮੇਂ ਲਈ ਪ੍ਰੋਟੈਕਟ ਕਰਕੇ ਰੱਖਦੇ ਹਾਂ ਸੋ ਦੈਟ ਉਹ ਚੀਜ਼ ਖਤਮ ਨਾ ਹੋਏ। ਜੇ ਤੁਸੀਂ ਉਹਦਾ ਸੀਡ, ਉਹਦਾ ਜੈਨੇਟਿਕ ਮਟੀਰੀਅਲ ਪ੍ਰੋਟੈਕਟ ਕਰਕੇ ਰੱਖਿਆ, ਅਸੀਂ ਦੁਬਾਰਾ ਪਲਾਂਟ ਗਰੋ ਕਰਾ ਸਕਦੇ ਹਾਂ, ਤਾਂ ਸਾਨੂੰ ਉਹ ਡਰ ਨਹੀਂ ਰਹੇਗਾ ਕਿ ਉਹਦਾ ਨੰਬਰ ਜਿਹੜਾ ਉਹ 0 ਹੋ ਜਾਏਗਾ ਜਾਂ ਉਹ ਸਪੀਸ਼ੀਜ਼ ਥ੍ਰੈਟਨਡ ਸਪੀਸ਼ੀ ਦੀ ਕੈਟੇਗਰੀ 'ਚ ਆ ਜਾਏਗੀ। ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਅਸੀਂ ਪ੍ਰੋਟੈਕਟ ਕਰਦੇ ਹਾਂ। ਦੈਨ ਸੈਕਰੇਡ ਪਲਾਂਟ, ਕਈ ਐਸੇ ਪਲਾਂਟ ਜਿਹਨੂੰ ਤੁਸੀਂ ਪਵਿੱਤਰ ਮੰਨਦੇ ਹੋ, ਜਿਹਦੀ ਤੁਸੀਂ ਪੂਜਾ ਕਰਦੇ ਹੋ, ਤੁਸੀਂ ਉਹਨਾਂ ਨੂੰ ਵੀ ਪ੍ਰੋਟੈਕਟ ਕਰਦੇ ਹੋ ਆਪਣੇ ਘਰਾਂ 'ਚ। ਤਾਂ ਕਿਹੜੀ ਮੈਥਡ ਹੋਗੀ, ਕਿਹੜਾ ਮੈਥਡ ਹੋ ਗਿਆ? ਐਕਸ ਸਿਟੂ ਕਨਜ਼ਰਵੇਸ਼ਨ ਸਟ੍ਰੈਟਜੀ। ਜਿਵੇਂ ਤੁਲਸੀ ਤੁਸੀਂ ਸਾਰਿਆਂ ਨੇ, ਕਾਫੀ ਲੋਕਾਂ ਨੇ ਆਲਮੋਸਟ ਘਰ ਰੱਖੀ ਹੁੰਦੀ ਹੈ ਐਂਡ ਉਹਨਾਂ ਨੂੰ ਪਵਿੱਤਰ ਮੰਨਦੇ ਆ, ਪੂਜਾ ਕਰਦੇ। ਸੋ ਇਸ ਤਰੀਕੇ ਨਾਲ ਅਸੀਂ ਇਸ ਪਲਾਂਟ ਨੂੰ ਪ੍ਰੋਟੈਕਟ ਕਰਦੇ ਹਾਂ। ਇਹਦਾ ਓਸ਼ੀਮਮ ਸੈਂਕਸ਼ਮ ਇਹਦਾ ਨਾਮ ਹੈਗਾ। ਦੈਨ ਪੀਪਲ ਹੈ ਫਾਈਕਸ ਰੈਲੀਜੀਓਸਾ, ਇਹਦੀ ਵੀ ਇੱਕ ਰੈਲੀਜੀਅਸ ਵੈਲਿਊ ਹੈ, ਰੈਲੀਜੀਅਸ ਬਿਲੀਫ ਹੈ ਲੋਕਾਂ ਦਾ, ਤਾਂ ਇਹ ਪੀਪਲ ਦੀ ਵੀ ਲੋਕ ਪੂਜਾ ਕਰਦੇ ਨੇ। ਸੋ ਬੇਟਾ ਇੱਥੇ ਇੱਕ ਵਾਰੀ ਫਿਰ ਅਸੀਂ ਦੇਖ ਲੈਂਦੇ ਹਾਂ ਕਿ ਕੰਜ਼ਰਵੇਸ਼ਨ ਜਿਹੜੀ ਹੈ ਬਾਇਓਡਾਇਵਰਸਿਟੀ ਦੀ, ਉਹ ਇਨ ਸਿੱਟੂ ਤੇ ਐਕਸ ਸਿੱਟੂ ਦੇ ਕਿਹੜੇ ਕਿਹੜੇ ਮੈਥਡ ਨੇ। ਇਨ ਸਿੱਟੂ ਦੇ ਵਿੱਚ ਅਸੀਂ ਇਹ 3 ਪ੍ਰੋਟੈਕਟਿਡ ਏਰੀਆਜ਼ ਪੜ੍ਹੇ ਨੇ, ਚਾਰੋਂ ਇਨਫੈਕਟ national parks, sanctuaries, biosphere reserve and sacred forests. These are the protected areas and second is the hotspots. ਇਹ in situ conservation strategies ਹੈ ਜਿਹਦੇ ਵਿੱਚ ਅਸੀਂ ਕਿਸੇ ਵੀ ਆਰਗੇਨਿਜ਼ਮ ਨੂੰ ਉਹਦੇ ਨੈਚੁਰਲ ਹੈਬਿਟੈਟ ਦੇ ਵਿੱਚ ਹੀ ਪ੍ਰੋਟੈਕਟ ਕਰ ਲੈਂਦੇ ਹਾਂ। ਮਤਲਬ ਜਿਵੇਂ ਕੋਈ ਚੀਜ਼ ਜੰਗਲ 'ਚ ਰਹਿੰਦੀ ਹੈ ਤਾਂ ਪੂਰੇ ਜੰਗਲ ਨੂੰ ਹੀ, ਪੂਰੇ ਫੋਰੈਸਟ ਨੂੰ ਹੀ ਸਾਨੂੰ ਪ੍ਰੋਟੈਕਟ ਕਰਨਾ ਪਏਗਾ। ਐਕਸ ਸਿਟੂ ਮੀਨਸ ਜਦੋਂ ਨੈਚੁਰਲ ਹੈਬਿਟੈਟ 'ਚ ਕੋਈ ਐਨੀਮਲ ਜਾਂ ਕੋਈ ਆਰਗੇਨਿਜ਼ਮ ਸੇਫ ਨਹੀਂ ਹੈ, ਉਹਨੂੰ ਉਹਦੇ ਨੈਚੁਰਲ ਹੈਬਿਟੈਟ ਤੋਂ ਨਿਕਾਲ ਕੇ ਉਹਨੂੰ ਅਲੱਗ ਇੱਕ ਸੈਟਿੰਗ ਦੇ ਵਿੱਚ ਰੱਖਿਆ ਜਾਂਦਾ ਸੋ ਦੈਟ ਉਹਦਾ ਨੰਬਰ ਬਚਾਇਆ ਜਾ ਸਕੇ, ਉਹ ਖਤਮ ਨਾ ਹੋਵੇ। ਬੋਟੈਨੀਕਲ ਗਾਰਡਨ, ਜ਼ੂਲੋਜੀਕਲ ਪਾਰਕਸ, ਸੀਡ ਬੈਂਕ ਔਰ ਜੀਨ ਬੈਂਕਸ ਐਂਡ ਸੈਕਰੇਡ ਪਲਾਂਟ ਐਂਡ ਸੈਕਰੇਡ ਗਰੂਵ। ਸੋ ਬੇਟਾ ਦਿਸ ਇਜ਼ ਆਲ ਅਬਾਊਟ ਟੂਡੇਜ਼ ਟੋਪਿਕ ਦੈਟ ਇਜ਼ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ, ਰਾਈਟ। ਇੱਕ ਲਾਸਟ ਦੇ ਵਿੱਚ ਬਸ ਇੱਕ ਛੋਟੀ ਜਿਹੀ ਚੀਜ਼ ਅਸੀਂ ਹੋਰ ਕਰਨੀ ਹੈ। 2 ਮੇਜਰ ਈਵੈਂਟਸ ਬੇਟਾ, ਇਹ ਚੀਜ਼ ਵੀ ਤੁਸੀਂ ਸਮਟਾਈਮਸ ਇੱਥੇ ਕੁਐਸਚਨ ਆਉਂਦਾ, 2 ਮੇਜਰ ਈਵੈਂਟਸ which took place in the past for biodiversity conservation। 2 ਇਹੋ ਜਿਹੇ ਈਵੈਂਟਸ ਜਿਹੜੇ ਪਾਸਟ ਵਿੱਚ ਹੋ ਚੁੱਕੇ ਨੇ, ਬਟ ਜਿਨ੍ਹਾਂ ਦੀ ਸੋਲ ਜਿਹੜੀ ਏਜੰਡਾ ਸੀ ਉਹ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ 'ਤੇ ਸੀ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਆ ਗਿਆ ਅਰਥ ਸਮਿਟ ਔਰ ਦ ਅਰਥ ਸਮਿਟ। ਇਹ ਬੇਟਾ ਜਿਹੜਾ ਈਵੈਂਟ ਸੀ ਇਹ ਰੀਓ ਡੀ ਜਨੇਰੀਓ ਦੈਟ ਇਜ਼ ਇਨ ਬ੍ਰਾਜ਼ੀਲ, ਰੀਓ ਡੀ ਜਨੇਰੀਓ ਦੈਟ ਇਜ਼ ਇਨ ਬ੍ਰਾਜ਼ੀਲ, ਉੱਥੇ ਕੀਤਾ ਗਿਆ 1992 1992 ਦੇ ਵਿੱਚ। And the main agenda was this event was to conserve the biodiversity। means ਇਹਦਾ ਮੇਨ ਕੀ ਸੀਗਾ, ਇਹ ਕਿਉਂ ਕਰੀ ਗਈ ਸੀ ਇਹ ਵਾਲਾ ਇਵੈਂਟ, ਸੋ ਦੈਟ ਬਾਇਓਡਾਇਵਰਸਿਟੀ ਨੂੰ ਕਿਵੇਂ ਬਚਾਇਆ ਜਾਵੇ, ਉਹ ਸੀ। ਦੈਨ ਬੇਟਾ ਦ ਵਰਲਡ ਸਮਿਟ ਜਿਹੜੀ ਕਿ 2002 ਦੇ ਵਿੱਚ ਜੋਹਾਨਸਬਰਗ ਸਾਊਥ ਅਫਰੀਕਾ ਦੇ ਵਿੱਚ ਕੀਤੀ ਗਈ। 192 ਕੰਟਰੀਜ਼ ਨੇ ਇਸ ਇਵੈਂਟ ਦੇ ਵਿੱਚ ਪਾਰਟੀਸਿਪੇਟ ਕੀਤਾ। ਇੰਪੋਰਟੈਂਟ ਗੱਲ ਸੀ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਦਾ ਇੱਕ ਏਜੰਡਾ ਤਾਂ ਸੀਗਾ, ਇੱਕ ਹੋਰ ਇੰਪੋਰਟੈਂਟ ਏਜੰਡਾ ਸੀ ਇਸ ਵਰਲਡ ਸਮਿਟ ਦਾ, ਇਸ ਇਵੈਂਟ ਦਾ, ਸਸਟੇਨੇਬਲ ਡਿਵੈਲਪਮੈਂਟ। ਬੇਟਾ ਸਸਟੇਨੇਬਲ ਡਿਵੈਲਪਮੈਂਟ ਕੀ ਹੁੰਦੀ ਹੈ? ਉਹ ਡਿਵੈਲਪਮੈਂਟ ਜਿਹੜੀ ਹੁਣ ਦੀਆਂ ਸਾਡੀਆਂ ਪ੍ਰੈਜ਼ੈਂਟ ਜਿਹੜੀ ਸਾਡੀ ਜਨਰੇਸ਼ਨ ਉਹਦੀ ਜ਼ਰੂਰਤਾਂ ਤਾਂ ਪੂਰੀਆਂ ਕਰੇ ਹੀ ਕਰੇ, ਪਰ ਫਿਊਚਰ ਆਉਣ ਵਾਲੀਆਂ ਜਨਰੇਸ਼ਨ ਦੀਆਂ ਜ਼ਰੂਰਤਾਂ ਨਾਲ ਕੋਈ ਕੰਪਰੋਮਾਈਜ਼ ਨਾ ਕਰੇ। ਮੀਨਸ ਅਸੀਂ ਜਿਹੜੇ ਅੱਜ ਰਿਸੋਰਸਿਸ ਯੂਜ਼ ਕਰ ਰਹੇ ਹਾਂ ਉਹ ਇਸ ਕਰਕੇ ਨਾ ਕਰੀਏ ਕਿ ਉਹ ਜਿਹੜੇ ਰਿਸੋਰਸਿਸ ਨੇ ਸਿਰਫ ਸਾਡੀ ਜਨਰੇਸ਼ਨ ਲਈ ਵੀ ਹੈ, ਸਾਡੀ ਜਨਰੇਸ਼ਨ ਲਈ ਹੈ, ਬਟ ਦੇ ਆਰ ਫॉर द फ्यूचर जनरेशन एज वेल। मीन्स sustainable development is that development that meets the needs of present, ਸਾਡੀਆਂ ਜ਼ਰੂਰਤਾਂ ਦੀ ਤਾਂ ਪੂਰਤੀ ਹੋਏ without compromising the ability of future generation ਦੀਆਂ ਜ਼ਰੂਰਤਾਂ ਇਹ ਨਾ ਹੁਣ ਇਗਨੋਰ ਹੋ ਜਾਣ। no, so this is sustainable development। world summit ਜਿਹੜਾ ਸੀ the world summit, ਉਹ ਬੇਟਾ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਤਾਂ ਉਹਦਾ ਏਜੰਡਾ ਸੀਗਾ ਹੀ ਸੀਗਾ, ਸਸਟੇਨੇਬਲ ਡਿਵੈਲਪਮੈਂਟ ਵੀ ਉਹਦਾ ਮੇਜਰ ਇੱਕ ਏਜੰਡਾ ਸੀ। ਸੋ ਦਿਸ ਇਜ਼ ਆਲ ਅਬਾਊਟ ਟੂਡੇਜ਼ ਟੋਪਿਕ biodiversity conservation, and 2 major events biodiversity conservation are related, and this is all about this chapter also। so next ਅਸੀਂ start ਕਰਾਂਗੇ last chapter that is environmental issues।